हाँ जी स्टूडेंट्स, ਅੱਜ ਅਸੀਂ ਪਲੱਸ 2 ਕਲਾਸ ਇੰਗਲਿਸ਼ ਇਲੈਕਟਿਵ ਦੇ 8ਵੇਂ ਚੈਪਟਰ ਦਾ ਹੈਰੀਟੇਜ ਆਫ ਇੰਡੀਆ ਜਿਸ ਨੂੰ ਕਿ ਏ.ਐਲ. ਬੈਸ਼ਮ ਨੇ ਲਿਖਿਆ ਹੋਇਆ ਹੈ, ਇਸ ਚੈਪਟਰ ਦੀ ਕੰਪਰੀਹੈਂਸਿਵ ਐਨਾਲਿਸਿਸ ਅਤੇ ਐਕਸਪਲੇਨੇਸ਼ਨ ਕੰਟੀਨਿਊ ਕਰਾਂਗੇ। ਇਹ ਵੀਡੀਓ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਦੂਸਰਾ ਵੀਡੀਓ ਹੋਏਗਾ। ਹਾਂਜੀ ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਆਲਰੇਡੀ ਇਸ ਚੈਪਟਰ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਸਟਾਰਟ ਕਰਵਾ ਚੁੱਕਿਆ ਹਾਂ। ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਤਾਂ ਮੈਂ ਪਹਿਲੇ ਵੀਡੀਓ ਦੇ ਵਿੱਚ ਜੋ ਇਸ ਦੇ ਰਾਈਟਰ ਨੇ ਏ.ਐਲ. ਬੈਸ਼ਮ, ਉਹਨਾਂ ਦੇ ਬਾਰੇ ਜੋ ਇੰਟਰੋਡਕਟਰੀ ਪੈਰਾ ਹੈ ਉਹ ਕਵਰ ਕਰਵਾਇਆ ਹੈ ਅਤੇ ਉਸ ਤੋਂ ਬਾਅਦ ਮੈਂ ਪੇਜ ਨੰਬਰ 43 ਤੇ ਪਹਿਲਾ ਪੈਰਾ, ਦੂਸਰਾ ਪੈਰਾ ਅਤੇ ਇਸ ਤਰ੍ਹਾਂ ਪੇਜ ਨੰਬਰ 44 ਤੇ ਜੋ ਦੂਸਰੇ ਪੈਰੇ ਦਾ ਬਾਕੀ ਹਿੱਸਾ ਹੈ ਉਹ ਕਵਰ ਕੀਤਾ ਹੈ। ਤਾਂ ਉਮੀਦ ਹੈ ਬੱਚਿਓ ਤੁਸੀਂ ਇਹ ਵਾਲਾ ਵੀਡੀਓ ਜ਼ਰੂਰ ਦੇਖਿਆ ਹੋਵੇਗਾ। ਜੇਕਰ ਇਹ ਵੀਡੀਓ ਤੁਹਾਡਾ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ ਤਾਂ ਜੋ ਤੁਸੀਂ ਅੱਜ ਵਾਲਾ ਵੀਡੀਓ ਦੇਖਣ ਤੋਂ ਪਹਿਲਾਂ ਇਹ ਵੀਡੀਓ ਦੇਖ ਸਕੋ ਅਤੇ ਚੈਪਟਰ ਦਾ ਪੂਰਾ ਟੈਕਸਟ ਸਮਝ ਪਾਓ। ਥਰਡ ਪੈਰਾ, Today there are few Indians, whatever their creed, who do not look back with pride on their ancient culture, and there are few intelligent Indians who are not willing to sacrifice some of its effete elements so that India may develop and progress। ਤਾਂ ਹੁਣ ਇੱਥੇ ਰਾਈਟਰ ਦੋ ਤਰ੍ਹਾਂ ਦੇ ਲੋਕਾਂ ਦੀ ਗੱਲ ਕਰ ਰਿਹਾ ਹੈ। ਕਹਿੰਦੇ ਕੁਝ ਸਾਡੇ ਇੰਡੀਅਨਸ ਐਸੇ ਨੇ, ਫਿਊ ਇੰਡੀਅਨਸ ਹੀ ਨੇ। ਦੇਖੋ ਉਸਨੇ ਕੁਝ ਹੀ ਕਹੇ, ਸਾਰੇ ਨਹੀਂ ਹੈਗੇ ਇੰਡੀਅਨ ਇਹ ਜਿਹੇ। ਕਹਿੰਦੇ ਕੁਝ ਇੰਡੀਅਨ ਨੇ, ਚਾਹੇ ਉਹਨਾਂ ਦਾ ਕੋਈ ਵੀ ਜਾਤ ਪਾਤ ਹੋਵੇ, ਕਰੀਡ ਦਾ ਮਤਲਬ ਜਾਤ ਪਾਤ, ਕੋਈ ਵੀ ਉਹਨਾਂ ਦੀ ਜਾਤ ਪਾਤ ਹੋਵੇ, ਉਹ ਆਪਣੇ ਪੁਰਾਤਨ ਜਿਹੜਾ ਸਾਡਾ ਕਲਚਰ ਹੈ, ਐਂਸ਼ੀਅੰਟ ਕਲਚਰ ਹੈ, ਉਹਦੇ ਤੇ ਮਾਣ ਨਹੀਂ ਕਰਦੇ। ਡੂ ਨਾਟ ਲੁੱਕ ਬੈਕ ਵਿਦ ਪ੍ਰਾਈਡ, ਉਹਨਾਂ ਨੂੰ ਕੋਈ ਮਾਣ ਨਹੀਂ ਹੈ ਵੀ ਸਾਡਾ ਇੰਨਾ ਐਂਸ਼ੀਅੰਟ ਕਲਚਰ ਰਿਹਾ, ਕੋਈ ਪਰਵਾਹ ਨਹੀਂ ਉਹਨਾਂ ਨੂੰ। ਅਤੇ ਕੁਝ ਅਜਿਹੇ ਇੰਟੈਲੀਜੈਂਟ ਇੰਡੀਅਨਸ ਵੀ ਨੇ, ਕੁਝ ਹੀ ਨੇ, ਸਾਰੇ ਨਹੀਂ ਹੈਗੇ, ਕੁਝ ਅਜਿਹੇ ਇੰਟੈਲੀਜੈਂਟ ਇੰਡੀਅਨਸ ਨੇ ਜਿਹੜੇ ਕਿ ਕੁਝ ਅਜਿਹੇ ਬੇਕਾਰ ਦੀਆਂ ਗੱਲਾਂ ਜਿਨ੍ਹਾਂ 'ਚ ਕੋਈ એનર્ਜੀ ਨਹੀਂ। ਇਫੀਟ ਸ਼ਬਦ ਆਇਆ ਹੈ। ਇਫੀਟ ਦਾ ਮਤਲਬ ਹੁੰਦਾ ਬੇਟਾ ਵਿਦਆਊਟ ਐਨੀ એનર્ਜੀ, ਵੀ ਜਦੋਂ ਕੋਈ ਬੇਕਾਰ ਦੀਆਂ ਗੱਲਾਂ ਜਿਨ੍ਹਾਂ ਨਾਲ ਅਸੀਂ ਜੁੜੇ ਹੋਏ ਹਾਂ, ਉਹਨਾਂ 'ਚ ਕੋਈ ਗੱਲ ਨਹੀਂ, ਕੋਈ ਬਾਤ ਨਹੀਂ ਹੈ ਨਾ, ਉਹਨਾਂ ਨੂੰ ਛੱਡਣ ਲਈ ਤਿਆਰ ਨਹੀਂ। ਦੇ ਆਰ ਨਾਟ ਵਿਲਿੰਗ ਟੂ ਸੈਕਰੀਫਾਈਸ। ਵਿਲਿੰਗ ਦਾ ਮਤਲਬ ਹੁੰਦਾ ਤਿਆਰ ਹੋਣਾ, ਸੈਕਰੀਫਾਈਸ ਦਾ ਮਤਲਬ ਹੁੰਦਾ ਹੈ, ਸੈਕਰੀਫਾਈਸ ਸ਼ਬਦ ਅੱਗੇ ਵੀ ਆਇਆ, ਬਲੀਦਾਨ ਦੇਣਾ। ਕਿਉਂ ਹੈ ਨਾ, ਬੇਕਾਰ ਦੀਆਂ ਗੱਲਾਂ ਨੂੰ ਛੱਡਣ ਲਈ ਤਿਆਰ ਹੀ ਨਹੀਂ ਹੈਗੇ ਤਾਂ ਕਿ ਇੰਡੀਆ ਡਿਵੈਲਪ ਹੋ ਸਕੇ, ਪ੍ਰੋਗਰੈਸ ਕਰ ਸਕੇ। ਦੇਖੋ ਜੇ ਅਸੀਂ ਆਪਣੀਆਂ ਪੁਰਾਣੀਆਂ ਰੂੜੀਵਾਦੀਆਂ ਜਿਹੜੀਆਂ ਸਾਡੀਆਂ ਕੰਜ਼ਰਵੇਟਿਵ ਅਪਰੋਚ ਹੈ, ਜੇਕਰ ਅਸੀਂ ਉਹਨੂੰ ਨਹੀਂ ਤਿਆਗਾਂਗੇ ਤਾਂ ਸਾਡਾ ਇੰਡੀਆ ਕਿਵੇਂ, ਮੈਨੂੰ ਇਹ ਦੱਸੋ, ਪ੍ਰੋਗਰੈਸ ਕਰੂਗਾ। ਤਾਂ ਕੁਝ ਸਾਡੇ ਇੰਡੀਅਨਸ ਅਜਿਹੇ ਨੇ ਜਿਹੜੇ ਹਜੇ ਵੀ ਕੰਜ਼ਰਵੇਟਿਵ ਅਪਰੋਚ ਨਾਲ ਜੀ ਰਹੇ ਨੇ, ਉਹ ਆਪਣੀਆਂ ਪੁਰਾਣੀਆਂ ਆਦਤਾਂ ਨੂੰ ਛੱਡਣ ਲਈ ਰਾਜ਼ੀ ਨਹੀਂ। They are not willing to sacrifice those effete elements। effete elements ਸਮਝ ਗਏ, ਪੁਰਾਣੀਆਂ ਜਿਨ੍ਹਾਂ 'ਚ ਕੋਈ ਰਸ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ। ਅਤੇ ਕੁਝ ਇੰਡੀਅਨ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਆਪਣੇ ਐਂਸ਼ੀਅੰਟ ਕਲਚਰ ਤੇ ਕੋਈ ਮਾਣ ਨਹੀਂ ਹੈ। ਮਤਲਬ ਤੇ ਰਾਈਟਰ ਕਹਿਣਾ ਕੀ ਚਾਹੁੰਦਾ ਹੈ, ਦੇਖੋ ਦੋਨੇ ਗੱਲਾਂ ਨਾ ਜਿਹੜੀਆਂ ਨੇ, ਜੇ ਤੁਸੀਂ ਦੇਖੋ ਇੱਕ ਦੂਜੇ ਦੇ ਆਪੋਜ਼ਿਟ ਨੇ। ਇੱਕ ਪਾਸੇ ਦਾ ਰਾਈਟਰ ਐ ਕਹਿ ਰਿਹਾ ਹੈ ਕਿ ਕੁਝ ਇੰਡੀਅਨ ਐਸੇ ਨੇ ਜਿਨ੍ਹਾਂ ਨੂੰ ਸਾਡੇ ਪੁਰਾਤਨ ਵਿਰਸੇ ਤੇ ਮਾਣ ਨਹੀਂ, ਦੂਜੇ ਪਾਸੇ ਉਹ ਇਹ ਕਹਿ ਰਿਹਾ ਵੀ ਕੁਝ ਇੰਡੀਅਨ ਐਸੇ ਨੇ ਜਿਹੜੇ ਸਾਡੇ ਪੁਰਾਤਨ ਵਿਰਸੇ ਦੀਆਂ ਕੁਝ ਗੱਲਾਂ ਨੂੰ ਛੱਡਣ ਲਈ ਤਿਆਰ ਨਹੀਂ। ਚੰਗੇ ਤੇ ਮਾੜੇ ਤੱਤ ਹੁੰਦੇ ਨੇ, ਸਾਡੀਆਂ ਜਿਹੜੀਆਂ ਐਂਸ਼ੀਅੰਟ ਕਲਚਰ ਦੀਆਂ ਚੰਗੀਆਂ ਗੱਲਾਂ ਨੇ, ਸਾਨੂੰ ਉਹਨਾਂ ਤੇ ਮਾਣ ਹੋਣਾ ਚਾਹੀਦਾ, ਪਰ ਉਹਦੇ ਜਿਹੜੀਆਂ ਬੁਰੀਆਂ ਗੱਲਾਂ ਨੇ ਉਹਨਾਂ ਨੂੰ ਤਾਂ ਸਾਨੂੰ ਛੱਡਣਾ ਚਾਹੀਦਾ ਨਾ, ਉਹ ਵੀ ਤਾਂ ਐਂਸ਼ੀਅੰਟ ਕਲਚਰ ਦਾ ਹਿੱਸਾ ਨੇ। ਇੱਥੇ ਰਾਈਟਰ ਇਹ ਕਹਿ ਰਹੇ, Politically and economically, India faces many problems of great difficulty and no one can forecast our future with any certainty। ਕਹਿੰਦੇ ਹੁਣ ਅਸੀਂ ਪੋਲੀਟੀਕਲੀ ਦੇਖ ਲਈਏ, ਰਾਜਨੀਤਿਕ ਦੇਖ ਲਈਏ ਜਾਂ ਇਕਨੋਮਿਕਲੀ ਦੇਖ ਲਈਏ, ਆਰਥਿਕ ਤੌਰ ਤੇ ਦੇਖ ਲਈਏ, ਤਾਂ ਸਾਡਾ ਭਾਰਤ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰਦਾ ਹੈ, ਬਹੁਤ ਹੀ ਜ਼ਿਆਦਾ ਔਖੀਆਂ ਪ੍ਰੋਬਲਮਸ ਫੇਸ ਕਰਦਾ। ਅਸੀਂ ਆਮ ਦੇਖਦੇ ਹਾਂ ਸਾਡੇ ਭਾਰਤ 'ਚ ਇੰਨੀਆਂ ਸਾਰੀਆਂ ਪ੍ਰੋਬਲਮਸ ਨੇ। ਇੱਥੇ ਸਾਡੇ ਭਾਰਤ ਦੇ ਫਿਊਚਰ ਨੂੰ ਕੋਈ ਫੋਰੀਕਾਸਟ ਨਹੀਂ ਕਰ ਸਕਦਾ। ਫੋਰੀਕਾਸਟ ਦਾ ਮਤਲਬ ਹੁੰਦਾ ਬੇਟਾ ਭਵਿੱਖਬਾਣੀ ਕਰਨਾ। ਫੋਰੀਕਾਸਟ ਭਵਿੱਖਬਾਣੀ ਕਰਨ ਨੂੰ ਕਿਹਾ ਜਾਂਦਾ। ਇੱਥੇ ਹਰ ਦਾ ਮਤਲਬ ਕੀ ਹੈ, ਇੰਡੀਆ, ਕਿ ਸਾਡੇ ਭਾਰਤ ਦੇ ਫਿਊਚਰ ਦੀ ਕੋਈ ਪੱਕੇ ਤੌਰ ਤੇ ਸਰਟਨਟੀ, ਪੱਕੇ ਤੌਰ ਨਾਲ ਕੋਈ ਭਵਿੱਖਬਾਣੀ ਨਹੀਂ ਕਰ ਸਕਦਾ ਕਿ ਭਾਰਤ ਦਾ ਫਿਊਚਰ ਕਿੱਦਾਂ ਦਾ ਹੋਊਗਾ, ਕਿਉਂਕਿ ਭਾਰਤ ਬਹੁਤ ਸਾਰੀਆਂ ਪੋਲੀਟੀਕਲੀ ਤੇ ਇਕਨੋਮਿਕਲੀ ਪ੍ਰੋਬਲਮਸ ਫੇਸ ਕਰਦਾ। But it is safe to predict that whatever the future may be, the Indians of coming generations will not be unconvincing and self-conscious copies of Europeans, but will be men rooted in their traditions and aware of the continuity of their culture।
पर कहते ਅਸੀਂ ਇੱਕ ਗੱਲ ਦੀ ਪ੍ਰੈਡਿਕਸ਼ਨ ਕਰ ਸਕਦੇ ਹਾਂ ਤੇ ਸੇਫ ਹੈ। ਸੇਫ ਦਾ ਮਤਲਬ ਸੁਰੱਖਿਅਤ ਹੈ, ਵੀ ਆਪਾਂ ਸੁਰੱਖਿਅਤ ਤੌਰ ਤੇ ਕਹਿ ਸਕਦੇ ਹਾਂ, ਇਹ ਪ੍ਰਿਡਿਕਟ ਕਰ ਸਕਦੇ ਹਾਂ। ਪ੍ਰਿਡਿਕਟ ਦਾ ਮਤਲਬ ਵੀ ਬੇਟਾ ਅਨੁਮਾਨ ਲਾਣਾ ਹੀ ਹੁੰਦਾ ਹੈ। ਪ੍ਰਿਡਿਕਟ ਕਰਨਾ, ਅਨੁਮਾਨ ਲਾਣਾ। ਜਿਹੜੀਆਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਨੇ, ਕਮਿੰਗ ਜਨਰੇਸ਼ਨ, ਆਉਣ ਵਾਲੀਆਂ ਸਾਡੀਆਂ ਭਾਰਤ ਦੀਆਂ ਜਿਹੜੀਆਂ ਪੀੜ੍ਹੀਆਂ ਨੇ, ਉਹ ਯੂਰਪੀ ਲੋਕਾਂ ਦੀਆਂ ਸਿਰਫ ਕਾਪੀਆਂ ਨਹੀਂ ਹੋਣਗੀਆਂ। ਮਤਲਬ ਬੇਟਾ ਦੇਖੋ, ਯੂਰਪ ਦੇ ਵਿੱਚ ਜੇ ਆਪਾਂ ਸਾਰਾ ਯੂਰਪ ਦਾ ਕਲਚਰ ਆਪਣੇ ਇੰਡੀਆ ਦੇ ਕਲਚਰ ਤੇ ਥੋਪ ਦਈਏ ਕਿ ਇਹ ਚੰਗੀ ਗੱਲ ਹੈ? ਚੰਗੀ ਗੱਲ ਨਹੀਂ ਹੈ। ਤਾਂ ਅਸੀਂ ਕਾਪੀ ਕੈਟ ਨਹੀਂ ਬਣ ਸਕਦੇ। ਕੋਈ ਬੰਦਾ ਕਿਸੇ ਤਰ੍ਹਾਂ ਦਾ ਮਰਜ਼ੀ ਹੋਵੇ, ਅਸੀਂ ਬਿਲਕੁਲ ਉਹਦੇ ਵਾਂਗੂ ਵਿਹਾਰ ਕਰਨ ਲੱਗ ਜਾਈਏ, ਉਹਦੇ ਵਾਂਗੂ ਕੱਪੜੇ ਪਾਉਣ ਲੱਗ ਜਾਈਏ, ਉਹਦੇ ਵਾਂਗੂ ਬੋਲਣ ਲੱਗ ਜਾਈਏ, ਤਾਂ ਅਸੀਂ ਕੀ ਬਣ ਗਏ? ਕਾਪੀ ਕੈਟ ਬਣ ਗਏ। ਹੋਣਾ ਕੀ ਚਾਹੀਦਾ? ਹਰ ਇੱਕ ਜਗ੍ਹਾ ਤੋਂ ਚੰਗੀਆਂ ਗੱਲਾਂ ਲੈ ਲਓ, ਮਾੜੀਆਂ ਗੱਲਾਂ ਛੱਡ ਦਿਓ। ਰਾਈਟਰ ਇਹੀ ਕਹਿ ਰਹੇ ਕਿ ਅਸੀਂ ਯੂਰਪੀਅਨ ਕਲਚਰ ਦਾ ਕਾਪੀ ਕੈਟ ਨਹੀਂ ਬਣਨਾ, ਅਸੀਂ ਕਾਪੀ ਨਹੀਂ ਕਰਨਾ। ਇਹ ਸਾਨੂੰ ਲੱਗਦਾ ਹੈ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਸ ਨੇ, ਇਹ ਕਾਪੀ ਕੈਟ ਨਹੀਂ ਹੋਣਗੀਆਂ ਯੂਰਪੀਅਨ ਕਲਚਰ ਦੀਆਂ, ਸਗੋਂ ਕੀ ਹੋਣਗੀਆਂ? ਉਹ ਰੂਟਡ ਇਨ ਦੇਅਰ ਟ੍ਰੈਡੀਸ਼ਨਸ, ਕਿ ਸਾਡੀਆਂ ਜਿਹੜੀਆਂ ਜਨਰੇਸ਼ਨਸ ਆਉਣ ਵਾਲੀਆਂ ਨੇ, ਉਹ ਸਾਡੇ ਟ੍ਰੈਡੀਸ਼ਨਸ ਨਾਲ ਜੁੜੀਆਂ ਹੋਣਗੀਆਂ, ਸਾਡੀਆਂ ਪਰੰਪਰਾਵਾਂ ਨਾਲ ਜੁੜੀਆਂ ਹੋਣਗੀਆਂ। ਪਰ ਇੱਥੇ ਇੱਕ ਗੱਲ ਹੋਰ ਕਹੀ ਹੈ ਰਾਈਟਰ ਨੇ ਕਿ ਉਹਨਾਂ ਦਾ ਕਲਚਰ ਕੰਟੀਨਿਊ ਡਿਵੈਲਪ ਹੁੰਦਾ ਰਹੂਗਾ। ਕੰਟੀਨਿਊਟੀ ਆਫ देयर ਕਲਚਰ। ਦੇਖੋ ਕਲਚਰ ਜਿਹੜਾ ਹੁੰਦਾ ਨਾ ਬੇਟਾ, ਉਹਦੇ ਚ ਕੰਟੀਨਿਊਟੀ ਚੱਲਦੀ ਰਹਿੰਦੀ ਹੈ। ਕੰਟੀਨਿਊਟੀ ਦਾ ਮਤਲਬ ਹੁੰਦਾ ਨਿਰੰਤਰਤਾ ਪੰਜਾਬੀ ਚ। ਕਲਚਰ ਕਦੇ ਰੁਕਦਾ ਨਹੀਂ ਹੈ, ਸੱਭਿਆਚਾਰ ਕਦੇ ਰੁਕਦਾ ਨਹੀਂ ਹੈ। ਸੱਭਿਆਚਾਰ ਦੇ ਵਿੱਚ ਕੰਟੀਨਿਊਟੀ ਚੱਲਦੀ ਰਹਿੰਦੀ ਹੈ। ਕਿਉਂ? ਚੰਗੀਆਂ ਗੱਲਾਂ ਆਈ ਜਾਂਦੀਆਂ ਨੇ, ਮਾੜੀਆਂ ਗੱਲਾਂ ਜਾਈ ਜਾਂਦੀਆਂ ਨੇ। ਹੁਣ ਦੇਖੋ ਸਾਡਾ ਜਿਹੜਾ ਪੰਜਾਬੀ ਵਿਰਸਾ ਹੈ, ਕਿੰਨਾ ਪੁਰਾਤਨ ਵਿਰਸਾ ਹੈ, ਲੇਕਿਨ ਦੇਖੋ ਇਸ ਚੇਂਜ ਆਇਆ ਹੈ। ਸਾਡੇ ਪੰਜਾਬੀ ਕਲਚਰ ਦੇ ਵਿੱਚ, ਇੰਡੀਅਨ ਕਲਚਰ ਦੇ ਵਿੱਚ ਚੇਂਜ ਆਇਆ ਹੈ। ਚੰਗਾ ਚੇਂਜ ਵੀ ਆਇਆ, ਮਾੜੀਆਂ ਗੱਲਾਂ ਦੂਰ ਹੋਈਆਂ ਨੇ, ਕੁਝ ਹੈਗੀਆਂ ਨੇ ਉਹ ਵੀ ਦੂਰ ਹੋ ਜਾਣਗੀਆਂ। ਤਾਂ ਸਾਡੇ ਕਲਚਰ ਦੀ ਕੰਟੀਨਿਊਟੀ ਚੱਲਦੀ ਰਹੂਗੀ। ਤਾਂ ਰਾਈਟਰ ਇੱਥੇ ਹੋਪਫੁਲ ਹੈ। ਰਾਈਟਰ ਇਹ ਕਹਿੰਦਾ ਹੈ ਕਿ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਜਨਰੇਸ਼ਨਸ ਨੇ, ਉਹ ਸਾਡੇ ਕਲਚਰ ਨੂੰ ਵਧੀਆ ਕੰਟੀਨਿਊਟੀ 'ਚ ਰੱਖਣਗੀਆਂ। ਤੇ ਨੰਬਰ 2 ਤੇ ਟ੍ਰੈਡੀਸ਼ਨ ਨਾਲ ਜੁੜੀਆਂ ਰਹਿਣਗੀਆਂ। ਦੇਖੋ ਇਹ ਵੀ ਕਹਿ ਰਿਹਾ ਉਹ ਕਿ ਪਰੰਪਰਾਵਾਂ ਨਾਲ ਅਸੀਂ ਜੁੜੇ ਰਹਾਂਗੇ, ਪਰ ਅਸੀਂ ਯੂਰਪ ਦੇ ਕਾਪੀ ਕੈਟ ਨਹੀਂ ਬਣਾਂਗੇ। Already after only 7 years of independence, the extremes of national self-denigration and fanatical cultural chauvinism are disappearing. एक शब्द आया बेटा, इत्थे ध्यान दो, chauvinism. chauvinism chauvinism ਦਾ ਮਤਲਬ ਕੀ ਹੁੰਦਾ ਹੈ? ਜਦੋਂ ਆਪਾਂ ਨਾ ਅੰਨੇ ਹੋ ਕੇ ਕਿਸੇ ਚੀਜ਼ ਦੇ ਪਿੱਛੇ ਲੱਗਦੇ ਆ, ਚਾਹੇ ਉਹ ਚੀਜ਼ ਮਾੜੀ ਹੈ ਚੰਗੀ ਹੈ, ਸਾਨੂੰ ਉਹਦੀ ਪਰਵਾਹ ਨਹੀਂ, ਉਹਨੂੰ ਅਸੀਂ chauvinism ਕਹਿੰਦੇ। ਤਾਂ ਰਾਈਟਰ ਇੱਥੇ ਕੀ ਕਹਿ ਰਿਹਾ ਹੈ ਕਿ ਸਾਡੇ ਭਾਰਤ ਦੇ ਆਜ਼ਾਦ ਹੋਣ ਤੋਂ 7 ਸਾਲਾਂ ਦੇ ਅੰਦਰ ਹੀ, ਇਹ ਦੇਖੋ ਇਹ ਚੈਪਟਰ ਕਾਫੀ ਪੁਰਾਣਾ ਹੈ, ਹੁਣ ਤਾਂ ਦੇਖੋ ਕਿੰਨਾ ਟਾਈਮ ਬੀਤ ਗਿਆ। ਉਦੋਂ ਹਜੇ ਭਾਰਤ ਨੂੰ ਆਜ਼ਾਦ ਹੋਏ ਨੂੰ 7 ਸਾਲ ਹੋਏ ਸੀ ਜਦੋਂ ਇਹ ਚੈਪਟਰ ਲਿਖਿਆ ਗਿਆ ਸੀ। ਇੱਥੇ ਤਾਂ ਹੀ ਕਹਿ ਰਿਹਾ ਹੈ ਕਿ ਭਾਰਤ ਦੀ ਆਜ਼ਾਦੀ ਦੇ 7 ਸਾਲਾਂ ਦੇ ਅੰਦਰ ਹੀ ਜਿਹੜੀਆਂ ਸਾਡੇ ਦੇਸ਼ ਨੂੰ ਵਿਗਾੜਨ ਵਾਲੀਆਂ ਤਾਕਤਾਂ ਨੇ, ਸੈਲਫ ਡੈਨੀਗ੍ਰੇਸ਼ਨ, ਸਾਡੇ ਦੇਸ਼ ਨੂੰ ਵਿਗਾੜਨ ਵਾਲੀਆਂ ਤਾਕਤਾਂ, ਐਂਡ ਫੈਨੇਟਿਕਲ, ਅਤੇ ਫੈਨੇਟਿਕਲ ਦਾ ਮਤਲਬ ਹੁੰਦਾ ਉਹੀ ਜਿਹੜੇ ਪਾਗਲਪਨ ਵਾਲੀਆਂ ਗਲਤ ਗੱਲਾਂ, ਉਹ ਕੀ ਹੋ ਰਹੀਆਂ ਨੇ? ਡਿਸਐਪੀਅਰ ਹੋ ਰਹੀਆਂ ਨੇ, ਅਲੋਪ ਹੋ ਰਹੀਆਂ ਨੇ। ਇੱਥੇ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜੀਆਂ ਅਸੀਂ ਗਲਤ ਗੱਲਾਂ ਵੱਲ ਪਾਗਲਪਨ ਦੀ ਹੱਦ ਤੱਕ ਜੁੜੇ ਹੋਏ ਹਾਂ, ਗਲਤ ਗੱਲਾਂ ਨੂੰ ਅਸੀਂ ਮੰਨਦੇ ਰਹੇ ਹਾਂ, ਉਹ ਸਾਡੇ ਕਲਚਰ ਦੀਆਂ ਗਲਤ ਗੱਲਾਂ ਹੌਲੀ ਹੌਲੀ ਡਿਸਐਪੀਅਰ ਹੋ ਰਹੀਆਂ ਨੇ। We believe that Hindu civilization is in the act of performing its most spectacular feat of synthesis. ਕਹਿੰਦੇ ਸਾਨੂੰ ਇਹ ਵਿਸ਼ਵਾਸ ਹੈ, ਅਸੀਂ ਯਕੀਨ ਕਰਦੇ ਹਾਂ ਕਿ ਜਿਹੜੀ ਸਾਡੀ ਭਾਰਤੀ ਸੱਭਿਅਤਾ ਹੈ, ਹਿੰਦੂ ਸਿਵਲਾਈਜੇਸ਼ਨ, ਇੱਥੇ ਹਿੰਦੂ ਸਿਵਲਾਈਜੇਸ਼ਨ ਦਾ ਮਤਲਬ ਮੈਂ ਫੇਰ ਬਾਰ-ਬਾਰ ਬੇਟਾ ਕਹਿ ਰਿਹਾ ਇੰਡੀਅਨ ਸਿਵਲਾਈਜੇਸ਼ਨ ਤੋਂ ਹੈ। ਇੱਥੇ ਤੁਸੀਂ ਹਿੰਦੂ ਧਰਮ ਨਾਲ ਨਾ ਜੋੜਿਓ ਇਹਨੂੰ, ਇੱਥੇ ਇੰਡੀਅਨ ਸਿਵਲਾਈਜੇਸ਼ਨ ਦੀ ਗੱਲ ਹੋ ਰਹੀ ਕਿ ਭਾਰਤੀ ਸੱਭਿਅਤਾ ਜਿਹੜੀ ਹੈ ਉਹ ਆਪਣੇ ਸਭ ਤੋਂ ਵਧੀਆ ਸਪੈਕਟੈਕੂਲਰ ਦਾ ਮਤਲਬ ਹੁੰਦਾ ਬੇਟਾ ਸ਼ਾਨਦਾਰ, ਆਪਣੇ ਸ਼ਾਨਦਾਰ ਰੂਪ ਵੱਲ ਹੌਲੀ ਹੌਲੀ ਆ ਰਹੀ ਹੈ। ਸਿੰਥੇਸਿਸ ਸ਼ਬਦ ਦਾ ਮਤਲਬ ਹੁੰਦਾ ਵੈਸੇ ਸੰਸਲੇਸ਼ਨ, ਪੰਜਾਬੀ ਚ ਆਪਾਂ ਨੂੰ ਕਹਿੰਦੇ। ਸੰਸਲੇਸ਼ਨ ਕਿਵੇਂ ਹੁੰਦਾ ਹੈ? ਮੰਨ ਲਓ ਕਈ ਸਾਰੀਆਂ ਚੀਜ਼ਾਂ ਜਦ ਮਿਲ ਜਾਂਦੀਆਂ ਨੇ, ਚੰਗੀਆਂ ਚੀਜ਼ਾਂ, ਤਾਂ ਉਹਨੂੰ ਆਪਾਂ ਸਿੰਥੇਸਿਸ ਕਹਿੰਦੇ। ਤਾਂ ਭਾਰਤੀ ਕਲਚਰ ਦੇ ਵਿੱਚ ਚੰਗੀਆਂ ਚੀਜ਼ਾਂ ਹੌਲੀ ਹੌਲੀ ਆ ਰਹੀਆਂ ਨੇ ਤੇ ਮਾੜੀਆਂ ਗੱਲਾਂ
ਫੋਨੈਟੀਕਲ ਵਾਲੀਆਂ ਗੱਲਾਂ, ਸੈਲਫ ਡੈਨੀਗ੍ਰੇਸ਼ਨ ਵਾਲੀਆਂ ਗੱਲਾਂ ਹੌਲੀ ਹੌਲੀ ਡਿਸਅਪੀਅਰ ਹੋ ਰਹੀਆਂ ਨੇ। ਇਹਦੇ ਨਾਲ ਕੀ ਹੋ ਰਿਹਾ ਹੈ ਕਿ ਭਾਰਤੀ ਸੱਭਿਅਤਾ ਆਪਣੇ ਇੱਕ ਸਪੈਕਟੈਕੂਲਰ ਸ਼ਾਨਦਾਰ ਰੂਪ ਵੱਲ ਵਧ ਰਹੀ ਹੈ। In the past, it has received, adopted and digested elements of many different cultures: Indo-European, Mesopotamian, Iranian, Greek, Roman, Scythian, Turkish, Persian and Arab। ਕਹਿੰਦੇ ਤੁਸੀਂ ਦੂਰ ਨਾ ਜਾਓ, ਕਹਿੰਦੇ ਪਾਸਟ ਦੇ ਵਿੱਚ ਵੀ ਤਾਂ, ਸਾਡੇ ਪੁਰਾਣੇ ਸਮੇਂ ਦੇ ਵਿੱਚ ਵੀ ਤਾਂ ਜਿਹੜਾ ਸਾਡਾ ਭਾਰਤੀ ਸੱਭਿਅਤਾ ਹੈ ਉਹਦੇ ਵਿੱਚ ਕਿੰਨੀਆਂ ਚੀਜ਼ਾਂ ਨਵੀਆਂ ਆਈਆਂ ਨੇ। ਕਿੱਥੋਂ ਕਿੱਥੋਂ ਆਈਆਂ ਨੇ? ਇੰਡੋ ਯੂਰੋਪੀਅਨ ਤੋਂ ਆਈਆਂ ਨੇ। ਯੂਰਪ ਦੇ ਲੋਕਾਂ ਦੇ ਦੇਸ਼ ਦੇ ਲੋਕਾਂ ਦੇ ਵੀ ਜਿਹੜੇ ਵਸਨੀਕ ਸੀਗੇ ਸਾਡੇ ਭਾਰਤ 'ਚ ਆ ਕੇ ਰਹਿਣ ਲੱਗੇ ਸੀ, ਤਾਂ ਉਹਨਾਂ ਦੀਆਂ ਗੱਲਾਂ ਵੀ ਸਾਡੇ ਭਾਰਤੀ ਸੱਭਿਅਤਾ 'ਚ ਜੁੜੀਆਂ। ਮੈਸੋਪੋਟੇਮੀਅਮ ਕਿਹਾ ਜਾਂਦਾ ਬੇਟਾ, ਜਿਹੜਾ ਇਰਾਕ ਦੀ ਸੱਭਿਅਤਾ ਸੀਗੀ, ਉੱਥੋਂ ਵੀ ਆਈਆਂ। ਈਰਾਨ ਦੀ ਸੱਭਿਅਤਾਵਾਂ 'ਚੋਂ ਵੀ ਆਈਆਂ, ਗ੍ਰੀਕ 'ਚੋਂ ਆਈਆਂ, ਰੋਮਨ 'ਚੋਂ ਆਈਆਂ, ਤਰਕਿਸ਼ ਤੋਂ ਆਈਆਂ, ਪਰਸ਼ੀਅਨ ਦੇਸ਼ਾਂ ਤੋਂ ਆਈਆਂ, ਅਰਬ ਦੇਸ਼ਾਂ ਤੋਂ ਆਈਆਂ। ਤਾਂ ਕਿੰਨੇ ਤਰ੍ਹਾਂ ਦੇ ਲੋਕ ਬੇਟਾ ਸਾਡੇ ਭਾਰਤ 'ਚ ਆ ਕੇ ਸਦੀਆਂ ਤੋਂ ਰਹਿ ਰਹੇ ਨੇ। ਤਾਂ ਜਿਹੜੇ ਅਲੱਗ-ਅਲੱਗ ਕਲਚਰਸ ਤੋਂ ਬੇਟਾ ਕੋਈ ਬੰਦਾ ਆਉਂਦਾ ਹੈ ਤਾਂ ਆਪਣੇ ਨਾਲ ਉਹ ਉਦਾਂ ਦੀਆਂ ਗੱਲਾਂ, ਰੀਤੀ ਰਿਵਾਜ ਵੀ ਤਾਂ ਲੈ ਕੇ ਆਉਂਦਾ ਹੈ। ਤਾਂ ਉਹਨਾਂ ਰੀਤੀ ਰਿਵਾਜਾਂ ਨੂੰ ਸਾਡੇ ਭਾਰਤੀ ਸੱਭਿਅਤਾ ਨੇ ਕੀ ਕੀਤਾ? ਰਿਸੀਵ ਕਰਿਆ, ਪ੍ਰਾਪਤ ਕਰਿਆ, ਅਡਾਪਟ ਕਰਿਆ। ਅਡਾਪਟ ਦਾ ਮਤਲਬ ਉਹਨੂੰ ਵੀ, ਉਹਨਾਂ ਦੀਆਂ ਪਰੰਪਰਾਵਾਂ ਨੂੰ ਵੀ ਸਾਡੀ ਭਾਰਤੀ ਸੱਭਿਅਤਾ ਨੇ ਅਪਣਾ ਲਿਆ ਅਤੇ ਡਾਈਜੈਸਟ ਕਰਿਆ, ਹਜ਼ਮ ਕਰਿਆ ਸਾਰੀਆਂ ਕਲਚਰਸ। With each new influence, it has somewhat changed। ਜਦੋਂ ਵੀ ਬੇਟਾ ਇਨਫਲੂਐਂਸ ਹੋਇਆ ਸਾਡੇ ਭਾਰਤੀ ਸੱਭਿਅਤਾ ਤੇ ਤਾਂ ਚੇਂਜ ਆਇਆ। ਤਾਂ ਹੀ ਤਾਂ ਕਿਹਾ ਨਾ ਪਹਿਲਾਂ ਕਿ ਕਲਚਰ ਹਮੇਸ਼ਾ ਕੰਟੀਨਿਊਟੀ ਦੇ ਪ੍ਰੋਸੈਸ 'ਚ ਬਣਿਆ ਰਹਿੰਦਾ ਹੈ। Now it is well on the way to assimilating the culture of the West। ਕਹਿੰਦੇ ਹੁਣ ਇਹ ਕਿੱਧਰ ਨੂੰ ਤੁਰ ਪਿਆ ਸਾਡਾ ਭਾਰਤੀ ਕਲਚਰ? ਜਿਹੜਾ ਵੈਸਟ ਦਾ ਕਲਚਰ ਹੈ ਉਹਨੂੰ ਵੀ ਅਸਿਮੀਲੇਟ ਕਰ ਰਿਹਾ ਹੈ, ਉਹ ਵੀ ਇਹਦੇ ਵਿੱਚ ਆ ਰਿਹਾ ਹੈ, ਹੌਲੀ ਹੌਲੀ ਸਮਾ ਰਿਹਾ ਹੈ। ਪਹਿਲਾਂ ਕਿਹੜੇ ਕਿਹੜੇ ਕਲਚਰ ਆਏ ਦੇਖੋ? ਈਰਾਨ ਦਾ ਕਲਚਰ ਆਇਆ, ਇਰਾਕ ਦਾ ਕਲਚਰ ਆਇਆ, ਹੈ ਨਾ, ਰੋਮਨ ਕਲਚਰ ਆਇਆ, ਅਰਬ ਦਾ ਕਲਚਰ ਆਇਆ। ਅੱਜ ਕੱਲ ਕਿਹੜਾ ਕਲਚਰ ਸਾਡੇ ਤੇ? ਤਾਂ ਵੈਸਟ ਕਲਚਰ ਹੁਣ ਸਾਡੇ ਅੰਦਰ ਹੌਲੀ ਹੌਲੀ ਸਮਾ ਰਿਹਾ ਹੈ, ਚੇਂਜ ਹੋ ਰਿਹਾ ਹੈ। ਇਸੇ ਕਰਕੇ ਰਾਈਟਰ ਨੇ ਕਿਹਾ ਕਿ ਸਾਡਾ ਜਿਹੜਾ ਇੰਡੀਅਨ ਕਲਚਰ ਹੈ ਉਹ ਕੰਟੀਨਿਊਟੀ ਦੇ ਪ੍ਰੋਸੈਸ 'ਚ ਕੰਟੀਨਿਊ ਚੱਲਦਾ ਰਹਿੰਦਾ ਹੈ। ਸਟੂਡੈਂਟਸ, ਮੈਂ ਦੱਸਣਾ ਚਾਹਾਂਗਾ ਕਿ ਅਸੀਂ ਆਲਰੇਡੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਟਰਮ 1 ਦੇ ਸਿਲੇਬਸ ਦੇ ਬਹੁਤ ਸਾਰੇ ਚੈਪਟਰਸ ਕਵਰ ਕਰ ਲਏ ਨੇ, ਜਿਨ੍ਹਾਂ ਦੇ ਵਿੱਚ ਤੁਹਾਡੀ ਪਹਿਲੀ ਬੁੱਕ ਡੀਅਰ ਟੂ ਆਲ ਦਾ ਮਿਊਜ਼ਿਸ ਦਾ ਪਹਿਲਾ ਚੈਪਟਰ ਵਾਰੀਅਰ ਅਗੇਂਸਟ ਵੀਡਸ, ਦੂਸਰਾ ਚੈਪਟਰ ਆ ਮੋਸਟ ਫੋਰਗਿਵਿੰਗ ਏਪ, ਤੀਸਰਾ ਚੈਪਟਰ ਆ ਯੰਗ ਤਰਕਿਸ਼ ਕੈਟਾਸਟ੍ਰਫੀ, ਚੌਥਾ ਚੈਪਟਰ ਆ ਟਾਈਨੀ ਸੈਂਚੁਰੀ, ਪੰਜਵਾਂ ਚੈਪਟਰ ਮਨੋਮਜਰਾ ਅਤੇ ਛੇਵਾਂ ਚੈਪਟਰ ਜਮਾਈਕਨ ਫਰੈਗਮੈਂਟ ਸ਼ਾਮਿਲ ਨੇ। ਅਸੀਂ ਇਹਨਾਂ ਸਾਰੇ ਚੈਪਟਰਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ, ਐਨਾਲਿਸਿਸ ਅਤੇ ਕੁਐਸਚਨ ਆਨਸਰਸ ਦੇ ਵੀਡੀਓ ਕਵਰ ਕਰ ਲਏ ਨੇ। ਇਸੇ ਤਰ੍ਹਾਂ ਤੁਹਾਡੀ ਦੂਸਰੀ ਬੁੱਕ ਦਾ ਲਿਟਰੇਰੀ ਪੈਟਰਨਸ ਦੇ ਕਾਫੀ ਚੈਪਟਰ, ਜਿਵੇਂ ਕਿ ਪਹਿਲਾ ਚੈਪਟਰ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ, ਚੌਥਾ ਚੈਪਟਰ ਦਾ ਗੈਂਬਲਿੰਗ ਮੈਚ, ਸੱਤਵਾਂ ਚੈਪਟਰ ਦਾ ਇਟਰਨਲ ਵਾਈ, ਇਹਨਾਂ ਚੈਪਟਰਾਂ ਦੀ ਅਸੀਂ ਕੰਪਰੀਹੈਂਸਿਵ ਐਕਸਪਲੇਨੇਸ਼ਨ, ਐਨਾਲਿਸਿਸ ਅਤੇ ਕੁਐਸਚਨ ਆਨਸਰਸ ਕਵਰ ਕਰ ਲਈ ਹੈ। ਇਸੇ ਤਰ੍ਹਾਂ ਇਸ ਬੁੱਕ ਦੇ ਵਿੱਚ ਮੌਜੂਦ ਕਈ ਪੋਇਮਸ, ਜਿਵੇਂ ਕਿ ਪਹਿਲੀ ਪੋਇਮ ਬਾਰਡਰ ਗਾਰਡਸ, ਦੂਸਰੀ ਪੋਇਮ ਮਾਈ ਹਾਰਟ ਲੀਪਸ ਵੈਨ ਆਈ ਬਿਹੋਲਡ, ਤੀਸਰੀ ਪੋਇਮ ਦਾ ਕੁਆਲਿਟੀ ਆਫ ਮਰਸੀ ਅਤੇ ਚੌਥੀ ਪੋਇਮ ਦਾ ਫੈਂਸੀ ਡਰੈਸ ਸ਼ੋ, ਇਹਨਾਂ ਸਾਰੀਆਂ ਪੋਇਮਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਪੈਰਾਫਰੇਜ਼ ਅਤੇ ਨਾਲ ਹੀ ਇਹਨਾਂ ਦੇ ਕੁਐਸਚਨ ਆਨਸਰਸ ਕਵਰ ਕਰ ਲਏ ਨੇ। ਉਮੀਦ ਹੈ ਸਟੂਡੈਂਟ ਤੁਸੀਂ ਇਹ ਸਾਰੇ ਵੀਡੀਓ ਜ਼ਰੂਰ ਦੇਖੇ ਹੋਣਗੇ। ਜੇਕਰ ਤੁਹਾਡਾ ਕੋਈ ਵੀ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਸ਼ੇਅਰ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਹਾਂਜੀ, 4th ਪੈਰਾ ਹੈ ਸਾਡਾ, ਹਿੰਦੂ ਸਿਵਲਾਈਜੇਸ਼ਨ ਵਿਲ ਵੀ ਬਿਲੀਵ ਰਿਟੇਨ ਇਟਸ ਕੰਟੀਨਿਊਟੀ। ਕੰਟੀਨਿਊਟੀ ਸ਼ਬਦ ਬੇਟਾ ਦੁਬਾਰਾ ਆਇਆ, ਦੇਖੋ ਇਹਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਨਿਰੰਤਰਤਾ। ਤਾਂ ਇੱਥੇ ਫਿਰ ਹਿੰਦੂ ਸਿਵਲਾਈਜੇਸ਼ਨ, ਭਾਰਤੀ ਸੱਭਿਅਤਾ ਦੀ ਗੱਲ ਹੋ ਰਹੀ ਹੈ। ਸਾਨੂੰ ਇਹ ਵਿਸ਼ਵਾਸ ਹੈ, ਵੀ ਬਿਲੀਵ, ਰਾਈਟਰ ਕਹਿ ਰਹੇ ਕਿ ਸਾਨੂੰ ਵਿਸ਼ਵਾਸ ਹੈ ਕਿ ਜਿਹੜੀ ਸਾਡੀ ਹਿੰਦੂ ਸਿਵਲਾਈਜੇਸ਼ਨ ਹੈ, ਇੰਡੀਅਨ ਸਿਵਲਾਈਜੇਸ਼ਨ ਹੈ, ਇਹ ਆਪਣੀ ਨਿਰੰਤਰਤਾ ਬਣਾਈ ਰੱਖੇਗੀ। ਰਿਟੇਨ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਬਣਾਏ ਰੱਖਣਾ। ਤਾਂ ਭਗਵਦ ਗੀਤਾ will not cease to inspire men of action and the Upanishad men of thought। ਬੇਟਾ ਇਸ ਲਾਈਨ ਦੇ ਵਿੱਚ ਦੋ ਪਵਿੱਤਰ ਕਿਤਾਬਾਂ ਦਾ ਨਾਮ ਆਇਆ। ਪਹਿਲੀ ਬੁੱਕ ਹੈ ਜੀ ਦਾ ਭਗਵਦ ਗੀਤਾ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੀਤਾ ਸਾਰ ਸ਼੍ਰੀ ਕ੍ਰਿਸ਼ਨ ਜੀ ਨੇ ਮਹਾਭਾਰਤ ਦੇ ਯੁੱਧ ਸਮੇਂ ਉਸ ਤੋਂ ਪਹਿਲਾਂ ਅਰਜੁਨ ਨੂੰ ਦਿੱਤਾ ਸੀ ਕੁਰੂਕਸ਼ੇਤਰ ਵਾਲੀ ਥਾਂ ਤੇ। ਤਾਂ ਉਹ ਜੋ ਗਿਆਨ ਦਿੱਤਾ ਗਿਆ ਸੀ, ਉਸ ਗਿਆਨ ਨੂੰ, ਉਸ ਫੁੱਲ ਨੌਲੇਜ ਨੂੰ ਕਿਹਦੇ 'ਚ ਬੁੱਕ 'ਚ ਲਿਖਿਆ ਗਿਆ? ਗੀਤਾ 'ਚ, ਦਾ ਭਗਵਦ ਗੀਤਾ 'ਚ।
दूसरी एक बुक का नाम है जी उपनिषद। उपनिषद शायद तुहानू ना पता हो बेटा, ये भी हिंदू सिविलाइजेशन च, हिंदू सभ्यता दे विच, हिंदू कल्चर दे विच एक पुरातन ग्रंथ है जिस दे विच बहुत सारिया ज्ञान दी गल्लां लिखिया हुई भगवत गीता वांगू। हुण राइटर इन्हां दोनों बुक्स दे नाल ये कह रहा है, कहंदे भी ये जिहड़ियां दोनों बुक्स ने ये विल नॉट सीज, सीज का मतलब होंदा खत्म होना। कहंदे इन्हां दा काम बंद नहीं होगा, इन्हां दोनों बुक्स का। किवें? भगवत गीता की करती है? भगवत गीता ये करती है इंसान नू कम करन लई प्रेरित करती है। इंस्पायर का मतलब होंदा प्रेरित करना। इंस्पायर शब्द तो इंस्पिरेशन बनता है, इंस्पायर का मतलब होंदा प्रेरित करना। कि भगवत गीता इंसानां नू कम करन लई, ऑफ एक्शन, मैन ऑफ एक्शन, एक्शन का मतलब होंदा काम करना, ये काम करन दे लई प्रेरित करती है। तो ये करती रहूगी, बंद नहीं होगी, विल नॉट सीज। ये भगवत गीता पुराने समय च भी इंसान नू ये ज्ञान दिंदी सी, तू कम कर। जे तुसी बेटा भगवत गीता का सार देखो तो सार की है, कृष्ण जी की कहते हैं, वो अर्जुन को यही कहते हैं कि तू अपना कर्म कर, तू अपना जो कम कर रहे हैं, जो तेनों एक टीचा मिलया हुआ है, जो तेनों एक कम सौंपया गया, तो उन्होंने कर, फल की चिंता ना कर। एक होर गल वो कृष्ण जी ये कहते हैं कि जो पास्ट हो गया, जो बीत गया, आपां नूं चेंज नहीं कर सकते। फ्यूचर नूं असीं जानते नहीं कि साडे नाल होना की है, तो फिर आपां पास्ट या फ्यूचर की चिंता क्यों करिए? पास्ट नूं आपां चेंज नहीं कर सकते, हो गया सो हो गया। फ्यूचर का सानूं पता नहीं, तो साडे हत्थ च की है? प्रेजेंट। ते प्रेजेंट च तू की कर रहे हैं? कम कर रहे हैं। कम कर, फल की चिंता ना कर। यही चीज इत्थे कही गई है कि जिहड़ी भगवत गीता है वो मनुख नूं हमेशा कम करने की प्रेरणा दिंदी रही है, तो यह कम करने की प्रेरणा दिंदी रहूगी, ये बंद नहीं होगी, विल नॉट सीज। ते उपनिषद की करते हैं? उपनिषद आदमी नूं सोचण लई प्रेरित करते हैं, मैन ऑफ थॉट। एक दो चीज़ां आई हैं बेटा, एक तो एक्शन आई है, एक्शन करने की प्रेरणा कौन दिंदी है? भगवत गीता। थॉट करने की प्रेरणा कौन दिंदे हैं? उपनिषद। तो उपनिषद भी इंसानां नूं सोचण दे लई प्रेरित करते रहेंगे, इन्हां दा भी काम बंद नहीं होगा। एक क्वेश्चन आ जाता है छोटा, मैं पहला दस दिन कि जिहड़े दो ग्रंथ हैं ये की काम करते रहे ने साडे हिंदू सिविलाइजेशन च, आप आंसर लिखांगे कि भगवत गीता इंस्पायर मैन ऑफ एक्शन एंड उपनिषद मैन ऑफ थॉट। सिंपल, ये लाइन तुसी समझी हुई है, ईजिली याद कर लो आंसर। द चार्म एंड ग्रेशियसनेस ऑफ द इंडियन वे ऑफ लाइफ विल कंटिन्यू। उन्हें से दो शब्द आए, एक है चार्म, एक है ग्रेशियसनेस। चार्म का मतलब होंगे बेटा आकर्षण। सपोज करो कोई सानू चीज आकर्षित करे, आप कहने साडा उस चीज प्रति बड़ा आकर्षण है ना, असी खिंचे चले जाते उस चीज वाल, तो आप चार्म कहने हैं। ग्रेशियसनेस होंगे बेटा निमरता। आप कह नहीं देंगे भी आ इंसान बड़ा ग्रेशियस है, ग्रेसफुल है। तो ग्रेसफुल का मतलब होंगे कि निमर है। कहते जिहड़ियां दो चीज़ां ने कदे प्रति ऑफ द इंडियन वे ऑफ लाइफ, के साडे भारत की लोगों की जिहड़ी जिंदगी है ना, वो लोगों को आकर्षित करती है। ये एक निमरता है इंडियन वे ऑफ लाइफ। असी बड़े निमर लोग हैं, तूफा वाले लोग नहीं है। ये चीज़ां बाकी लोगों को की करदियां ने? आकर्षित करदियां। चार्म एंड ग्रेशियसनेस एक खत्म नहीं होगी, ये विल कंटिन्यू, ये चलती रहूगी। However much affected it may be the labor saving devices of the West, ਇਹਦੇ ਨਾਲ ਹੀ ਹੈ। ਕਹਿੰਦੇ ਚਾਹੇ ਸਾਡੀ ਇੰਡੀਅਨ ਵੇ ਆਫ ਲਾਈਫ ਤੇ ਸਾਡੀ ਭਾਰਤੀ ਜ਼ਿੰਦਗੀ ਦੇ ਉੱਪਰ ਵੈਸਟ ਦਾ ਮਤਲਬ ਇੱਥੇ W ਵੱਡਾ ਹੈ, ਇਹਦਾ ਮਤਲਬ ਕੀ ਹੈ? ਪੱਛਮੀ ਕਲਚਰ ਤੋਂ ਹੈ। ਕਿ ਜਿਹੜਾ ਸਾਡਾ ਪੱਛਮੀ ਕਲਚਰ ਹੈ ਉਹ ਜਿੰਨਾ ਮਰਜ਼ੀ ਸਾਡੇ ਤੇ ਅਫੈਕਟ ਕਰੀ ਜਾਵੇ, ਹਾਊ ਮਚ ਅਫੈਕਟਡ ਇਟ, ਇਫੈਕਟ ਦਾ ਮਤਲਬ ਅਸਰ ਕਰਨਾ। ਦੇਖੋ ਅੱਜ ਕੱਲ ਸਾਡੇ ਤੇ ਕੌਣ ਅਸਰ ਪਾ ਰਿਹਾ, ਤੁਸੀਂ ਸਾਰੇ ਜਣੇ ਜਾਣਦੇ ਹੋ। ਹੁਣ ਤੁਸੀਂ ਇੰਸਟਾ ਚਲਾਉਂਦੇ ਹੋ, ਤੁਸੀਂ ਫੇਸਬੁੱਕ ਚਲਾਉਂਦੇ ਹੋ, ਤੁਸੀਂ ਆ ਸਾਰਾ ਕੁਝ ਚਲਾਉਂਦੇ ਹੋ, ਕਿੱਥੋਂ ਆਏ ਹੈ? ਇਹ ਵੈਸਟ ਕਲਚਰ ਤੋਂ ਆਏ ਹੈ, ਇਹ ਵੈਸਟ ਕਲਚਰ ਦਾ ਹਿੱਸਾ ਨੇ। ਉੱਥੋਂ ਇਹ ਪੈਦਾ ਹੋਏ, ਸਾਡੇ ਦੇਸ਼ ਚ ਆ ਗਏ। ਫੇਸਬੁੱਕ ਕਿੱਥੇ ਇਜਾਦ ਹੋਈ ਹੈ? USA ਚ ਹੋਈ ਹੈ, ਉੱਥੋਂ ਸਾਡੇ ਚ ਆ ਗਈ। ਇੰਸਟਾ ਉੱਥੇ ਹੋਈ ਹੈ, ਆ ਗਈ। ਤਾਂ ਅਸੀਂ ਵੈਸਟ ਕਲਚਰ ਨੂੰ ਅਪਣਾਈ ਜਾ ਰਹੇ ਹਾਂ।
ਲੇਕਿਨ ਇੱਥੇ ਰਾਈਟਰ ਕੀ ਕਹਿ ਰਹੇ ਹੈ, ਚਾਹੇ ਅਸੀਂ ਵੈਸਟ ਕਲਚਰ ਦੇ ਦਬਾਅ ਹੇਠ ਹੈਗੇ ਹੈ, ਪਰ ਸਾਡੀ ਜਿਹੜੀ ਇੰਡੀਅਨ ਵੇ ਆਫ ਲਾਈਫ ਦੀ ਜਿਹੜੀ ਚਾਮ ਹੈ ਤੇ ਗ੍ਰੇਸ਼ੀਅਸਨੈਸ ਹੈ, ਇਹ ਕੰਟੀਨਿਊ ਫੇਰ ਵੀ ਰਹੂਗੀ, ਚਾਹੇ ਸਾਡੇ ਤੇ ਵੈਸਟ ਕਲਚਰ ਦਾ ਜਿੰਨਾ ਮਰਜ਼ੀ ਅਸਰ ਪੈ ਜਾਵੇ। People will still love the tales of the heroes of the Mahabharata and the Ramayana and of the loves of Dushyant and Shakuntala and Pauravs and Urvashi। ਇਸ ਲਾਈਨ ਦੇ ਵਿੱਚ ਕੁਝ ਟੇਲਸ ਦਾ ਜ਼ਿਕਰ ਆਇਆ, ਕਹਾਣੀਆਂ ਦਾ ਜ਼ਿਕਰ ਆਇਆ, ਕੁਝ ਗ੍ਰੰਥਾਂ ਦਾ ਜ਼ਿਕਰ ਹੈ। ਕਹਿੰਦੇ ਜਿਹੜੇ ਸਾਡੇ ਲੋਕ ਹੈ, ਭਾਰਤੀ ਲੋਕ ਹੈ, ਉਹ ਅੱਜ ਵੀ ਮਹਾਭਾਰਤ ਦੀਆਂ, ਰਮਾਇਣ ਦੀਆਂ, ਹੀਰੋਜ਼ ਦੀਆਂ ਕਹਾਣੀਆਂ ਨੂੰ, ਟੇਲਸ ਦਾ ਮਤਲਬ ਇੱਥੇ ਹੋ ਗਿਆ ਕਹਾਣੀਆਂ, ਇਹਨਾਂ ਦੇ ਵਿਚਕਾਰ ਜੇਕਰ ਬੇਟਾ ਤੁਸੀਂ ਰਮਾਇਣ ਜਾਂ ਮਹਾਭਾਰਤ ਦੇਖੀ ਹੈ, ਤੁਸੀਂ ਜਾਣਦੇ ਵੀ ਹੋ, ਤਾਂ ਉਹਦੇ 'ਚ ਹੀਰੋਜ਼ ਹੈ, ਉਹਨਾਂ ਦੀਆਂ ਕਹਾਣੀਆਂ ਅੱਜ ਵੀ ਲੋਕ ਬੜੇ ਚਾਅ ਨਾਲ ਸੁਣਦੇ ਨੇ, ਦੇਖਦੇ ਨੇ। ਅਤੇ ਫਿਰ ਸਾਡਾ ਦੇਖੋ ਜਿਹੜਾ ਕਲਚਰ ਹੈ ਕਿੰਨਾ ਵਿਸ਼ਾਲ ਹੈ। ਦੁਸ਼ਯੰਤ ਤੇ ਸ਼ਕੁੰਤਲਾ ਦੀ ਜਿਹੜੀ ਸਟੋਰੀ ਹੈ, ਉਹ ਅੱਜ ਵੀ ਲੋਕ ਬੜੇ ਚਾਅ ਨਾਲ ਸੁਣਦੇ ਨੇ, ਪੜ੍ਹਦੇ ਨੇ। ਇਹ ਇੱਕ ਲਵ ਸਟੋਰੀ ਹੈ ਬੇਟਾ ਪੁਰਾਣੀ। ਇਸੇ ਤਰ੍ਹਾਂ ਪੂਰਵਜ਼ ਐਂਡ ਉਰਵਸ਼ੀ ਦੀ ਸਟੋਰੀ ਹੈ। उर्वशी लड़की है, पूरब लड़का है, दुष्यंत राजा है, शकुंतला लड़की है। इन्हां ਦੀਆਂ स्टोरीज है, ये अज भी लोगों ਨੂੰ आकर्षित करदियां ने, अज भी लोग बड़े चाव नाल सुनदे ने। The quiet and gentle happiness which has at all times pervaded Indian life, where oppression, disease and poverty have not overclouded, it will surely not vanish before the more hectic ways of the West। ਇੱਥੇ ਫੇਰ ਉਹੀ ਗੱਲ ਬੇਟਾ ਦੁਬਾਰ ਤੋਂ ਰਾਈਟਰ ਕਹਿ ਰਿਹਾ ਹੈ, ਕਹਿੰਦੇ ਜਿਹੜੀ ਸਾਡੀ ਭਾਰਤੀ ਇੰਡੀਅਨ ਲਾਈਫ ਹੈ ਨਾ, ਭਾਰਤੀ ਜ਼ਿੰਦਗੀ ਹੈ, ਉਹਦੇ ਵਿੱਚ ਇੱਕ ਸ਼ਾਂਤੀ ਹੈ, ਕੁਆਇਟਨੈਸ ਹੈ ਤੇ ਜੈਂਟਲ ਹੈਪੀਨੈਸ ਹੈ। ਜੈਂਟਲ ਹੈਪੀਨੈਸ ਮਤਲਬ ਕਿ ਇੱਕ ਖੁਸ਼ੀ ਮਿਲਦੀ ਹੈ, ਬੜੀ ਪਿਆਰੀ ਜੀ ਖੁਸ਼ੀ, ਜੈਂਟਲ ਹੈਪੀਨੈਸ ਹੈ ਨਾ, ਪਿਆਰੀ ਜੀ ਖੁਸ਼ੀ। ਕਹਿੰਦੇ ਜਿਹੜੀ ਸਾਡੀ ਭਾਰਤੀ ਲਾਈਫ ਦੇ ਵਿੱਚ ਜਿਹੜੀ ਇਹ ਜੈਂਟਲ ਹੈਪੀਨੈਸ ਹੈ ਜਾਂ ਕੁਆਇਟਨੈਸ ਹੈ, ਇਹ ਪ੍ਰਵੇਡ ਕਰਦੀ ਹੈ। ਪ੍ਰਵੇਡ ਦਾ ਮਤਲਬ ਹੁੰਦਾ ਬੇਟਾ ਫੈਲੀ ਹੋਣਾ, ਪੂਰਾ ओत-प्रोत होना, जिन्हों आप पंजाबी च कहते हैं, पूरी तरह भरिया होना, कि साडे इंडियन लाइफ दे विच ये चीज़ां भरियां पईयां ने, हर समय भरियां पईयां ने, पुरातन समय च भी हुण भी। वो किहड़ियां चीज़ां ने? जेंटल हैप्पीनेस एंड क्वाइटनेस। हालांकि देखो ओप्रैशन का मतलब हुंदा है जदों आपां किसी ते तशद्दद करदे, गरीब लोकां ते जुल्म करदे, उहनूं आपां ओप्रैशन कहंदे हैं। डिसीज, बीमारियां भी आईयां साडे भारती समाज एंड पावर्टी, गरीबी भी है। ये चीज़ां साडे भारती समाज च आईयां, पर इन्हां ने इन्हां नूं ओवरक्लाउड नहीं किया। ओवरक्लाउड का मतलब ये नहीं है कि इन्हां नूं दब लिया इन्हां चीज़ां। ये जिहड़ियां माड़ियां चीज़ां आईयां साडे भारती हिस्टरी च, कल्चर च, किहड़ियां चीज़ां? ओप्रैशन, पावर्टी, डिसीज, इन्हां ने साडे भारती लाइफ नूं ओवरक्लाउड नहीं किया, इनू दबिया नहीं है। ये अपनी आइडेंटिटी, अपना वजूद भारती लाइफ ने बना के रखा। इस करके श्योरली पक्के तौर पर असीं कह सकते हैं कि वैस्ट जिन्ना मर्जी साडे ते असर पावे, मोर हैक्टिक वेज, हैक्टिक का मतलब ऐसे होंदा बेटा बहुत ज्यादा, जो बंदा थक जाता ना काम करदा करदा, थकावट आ जाती है बहुत ज्यादा, उन्होंने आपां हैक्टिक कहने हैं। कहते वैस्ट कल्चर जिन्ना मर्जी साडे ते असर पावे, थक जावे पा पा के असर, ਇੱਥੇ ਇਹਦਾ ਮਤਲਬ ਇਹ ਹੈ। ਪਰ ਸਾਡੀਆਂ ਇਹ ਗੱਲਾਂ, ਸਾਡੇ ਭਾਰਤੀ ਲਾਈਫ ਦੀਆਂ ਗੱਲਾਂ, ਜਿਹੜੀ ਕਿ ਇਹਦੇ ਚ ਜੈਂਟਲ ਹੈਪੀਨੈਸ ਹੈ ਜਾਂ ਕੁਆਇਟਨੈਸ ਹੈ, ਵਿਲ ਨਾਟ ਵੈਨਿਸ਼, ਇਹ ਕਦੇ ਅਲੋਪ ਨਹੀਂ ਹੋਊਗੀ। ਵਿਲ ਨਾਟ ਵੈਨਿਸ਼, ਵੈਨਿਸ਼ ਦਾ ਮਤਲਬ ਖਤਮ ਹੋਣਾ, ਅਲੋਪ ਹੋਣਾ। ਕਿ ਸਾਡੇ ਭਾਰਤੀ ਲਾਈਫ ਦੇ ਵਿੱਚ ਕੁਆਇਟਨੈਸ ਤੇ ਜੈਂਟਲ ਹੈਪੀਨੈਸ ਸ਼ੁਰੂ ਤੋਂ ਰਹੀ ਹੈ। ਹੁਣ ਜਿੰਨਾ ਮਰਜੀ ਵੈਸਟ ਕਲਚਰ ਆ ਕੇ ਸਾਡੇ ਤੇ ਅਸਰ ਪਾਵੇ, ਪਾਈ ਜਾਵੇ, लेकिन यह चीज़ां साडे भारती लाइफ चो खत्म नहीं होणगियां, असर जरूर आऊगा। स्टूडेंट्स, मैं +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਤੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ, ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ
ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਤਾਂ 5th ਪੈਰਾਗ੍ਰਾਫ ਹੈ ਜੀ ਕਿ much that was useless in ancient Indian culture has already perished। ਦੇਖੋ ਹਰ ਇੱਕ ਕਲਚਰ 'ਚ ਨਾ ਬੇਟਾ ਚੰਗੀਆਂ ਮਾੜੀਆਂ ਗੱਲਾਂ ਹੁੰਦੀਆਂ ਨੇ, ਸਾਡੇ ਭਾਰਤੀ ਸੱਭਿਆਚਾਰ 'ਚ ਵੀ ਹੋ ਸਕਦੀ, ਪਰ ਇੱਥੇ ਰਾਈਟਰ ਇਹ ਕਹਿ ਰਿਹਾ ਹੈ ਕਿ ਜਿਹੜੀਆਂ ਯੂਜ਼ਲੈਸ ਚੀਜ਼ਾਂ ਨੇ, ਬੇਕਾਰ ਚੀਜ਼ਾਂ ਨੇ, ਕਿਹਦੇ 'ਚ, ਪੁਰਾਤਨ ਭਾਰਤੀ ਸੱਭਿਆਚਾਰ 'ਚ, ਐਂਸ਼ੀਐਂਟ ਇੰਡੀਅਨ ਕਲਚਰ 'ਚ, ਉਹ ਆਲਰੇਡੀ ਪਹਿਲਾਂ ਹੀ ਪੈਰਿਸ਼, ਖਤਮ ਹੋ ਗਈਆਂ। ਪੈਰਿਸ਼ ਦਾ ਮਤਲਬ ਹੁੰਦਾ ਬੇਟਾ ਅੰਤ ਹੋਣਾ। ਕਿ ਮਾੜੀਆਂ ਚੀਜ਼ਾਂ ਸਾਡੇ ਭਾਰਤੀ ਕਲਚਰ ਦੇ ਵਿੱਚੋਂ ਖਤਮ ਹੋ ਗਈਆਂ। ਇੱਥੇ ਦੇਖੋ ਰਾਈਟਰ ਨੇ ਇੰਡੀਅਨ ਕਲਚਰ ਕਿਹਾ ਨਾ, ਹਿੰਦੂ ਕਲਚਰ ਨਹੀਂ ਨਾ ਕਿਹਾ। ਇੱਥੇ ਬੇਟਾ ਹਿੰਦੂ ਦਾ ਮਤਲਬ ਹਿੰਦੂ ਨਾ ਲਈਓ ਤੁਸੀਂ, ਹਿੰਦੂ ਦਾ ਮਤਲਬ ਇੱਥੇ ਹਿੰਦੁਸਤਾਨ ਹੈ, ਹਿੰਦੁਸਤਾਨ ਦਾ ਮਤਲਬ ਇੱਥੇ ਇੰਡੀਆ। The extravagant and barbarous hecatombs of the Vedic age have long since been forgotten। ਹੁਣ ਦੇਖੋ ਤੁਹਾਨੂੰ ਪਤਾ ਬੇਟਾ, ਤੁਸੀਂ ਇਤਿਹਾਸ 'ਚ ਪੜ੍ਹਿਆ ਹੈ ਕਿ ਬਲੀ ਦੀ ਪਰੰਪਰਾ ਵੀ ਚੱਲੀ ਹੈ, ਜਾਨਵਰਾਂ ਦੀ ਬਲੀ ਦੀ। ਇੱਕ ਸ਼ਬਦ ਹੈ ਨਾ ਹੈਕਾਟੂਮਸ, ਹੈਕਾਟੂਮਸ ਦਾ ਮਤਲਬ ਹੁੰਦਾ ਹੈ ਬਲੀ ਦੇਣਾ। ਕਿ ਜਾਨਵਰਾਂ ਦੀ ਜਿਹੜੀ, ਇਵਨ ਕਿ ਇਨਸਾਨਾਂ ਦੀ ਵੀ ਬਲੀ ਦਿੱਤੀ ਗਈ ਹੈ ਸਾਡੇ ਪੁਰਾਤਨ ਸਮਿਆਂ 'ਚ। ਤਾਂ ਉਹ ਜਿਹੜੀ ਬਾਰਬੇਰਸ ਦਾ ਮਤਲਬ ਹੁੰਦਾ ਹੈ ਵਹਿਸ਼ੀਪੁਣਾ, ਵਹਿਸ਼ੀਪੁਣਾ ਹੀ ਹੈ। ਇੱਕ ਜਿਉਂਦੇ ਜਾਨਵਰ ਨੂੰ ਤੁਸੀਂ ਜਿਉਂਦੇ ਇਨਸਾਨ ਦੀ ਬਲੀ ਦੇ ਦਿਓ, ਤਾਂ ਬਾਰਬਰਸ ਚੀਜ਼ ਹੈ ਇਹ, ਤੇ ਫਜ਼ੂਲ ਹੈ। ਐਕਸਟਰਾਵੇਜੈਂਟ ਦਾ ਮਤਲਬ ਜਿਹਦੀ ਕੋਈ ਜ਼ਰੂਰਤ ਹੀ ਨਹੀਂ ਹੈ, ਬੇਮਤਲਬ ਤੋਂ, ਬੇਲੋੜੀਂਦਾ। ਵੀ ਇਹ ਜਿਹੜੀ ਐਕਸਟਰਾਵੇਜੈਂਟ ਤੇ ਬਾਰਬਰਸ ਜਿਹੜੀ ਆਪਾਂ ਬਲੀ ਦਿੰਦੇ ਰਹੇ ਹਾਂ ਵੈਦਿਕ ਏਜ ਵਿੱਚ, ਵੈਦਿਕ ਏਜ ਜਿਹੜੀ ਸਾਡੀ ਪੁਰਾਤਨ ਏਜ, ਉਹਨੂੰ ਵੈਦਿਕ ਏਜ ਕਹਿੰਦੇ ਆ, ਵੇਦਾਂ ਵਾਲੀ ਏਜ। 4 ਵੇਦ ਹੈ ਨਾ ਸਾਡੇ, ਤਾਂ ਜਿਹੜੀ ਏਜ ਦੇ ਵਿੱਚ ਵੇਦ ਲਿਖੇ ਗਏ ਸੀ, ਜਿਹੜੇ ਸਮੇਂ 'ਚ ਵੇਦ ਲਿਖੇ ਗਏ ਸੀ, ਉਸ ਏਜ ਨੂੰ ਆਪਾਂ ਵੈਦਿਕ ਏਜ ਕਹਿੰਦੇ। ਤਾਂ ਉਸ ਵੈਦਿਕ ਏਜ ਦੇ ਵਿੱਚ ਆਹ ਕੁਝ ਚੱਲਦਾ ਸੀ ਜੀ, ਬਲੀ ਦਿੱਤੀ ਜਾਂਦੀ ਸੀ ਇਨਸਾਨਾਂ ਦੀ, ਜਾਨਵਰਾਂ ਦੀ। ਉਹ ਹੁਣ ਕੀ ਹੋ ਗਈ? ਫੋਰਗੋਟਨ, ਖਤਮ ਹੋ ਗਈ, ਬੰਦ ਹੋ ਗਈ, ਭੁਲਾਈ ਗਈ ਹੈ। ਦੋ ਐਨੀਮਲ ਸੈਕਰੀਫਾਈਸ ਕੰਟੀਨਿਊਜ਼ ਇਨ ਸਮ ਸੈਕਟਸ, ਪਰ ਇਨਸਾਨਾਂ ਦੀ ਬਲੀ ਚਾਹੇ ਬੰਦ ਹੋ ਗਈ, ਪਰ ਹਜੇ ਵੀ ਕੁਝ ਸੈਕਟਸ ਦੇ ਵਿੱਚ, ਸੈਕਟਸ ਦਾ ਮਤਲਬ ਇੱਥੇ ਕੁਝ ਸੰਪਰਦਾਇ, ਕੁਝ ਸੰਪਰਦਾਇਆਂ ਦੇ ਵਿੱਚ ਹਜੇ ਵੀ ਐਨੀਮਲ ਦੀ ਬਲੀ ਦਿੱਤੀ ਜਾ ਰਹੀ ਹੈ। ਅੱਜ ਵੀ ਬਿਲਕੁਲ ਸਹੀ ਗੱਲ ਹੈ ਬੇਟਾ। ਜੇ ਅਸੀਂ ਰਿਮੋਟ ਏਰੀਆਜ਼ 'ਚ ਚਲੇ ਜਾਈਏ ਸਾਡੇ ਇੰਡੀਆ ਦੇ ਵਿੱਚ, ਤਾਂ ਉੱਥੇ ਜਾਨਵਰਾਂ ਦੀ ਬਲੀ ਹਜੇ ਵੀ ਚੱਲਦੀ। ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਪੂਰੀ ਤਰ੍ਹਾਂ ਇਹ ਜਿਹੜੀ ਗਲਤ ਚੀਜ਼ਾਂ ਨੇ, ਜਿਹਨੂੰ ਯੂਜ਼ਲੈਸ ਚੀਜ਼ਾਂ ਜਿਹਨੂੰ ਕਿਹਾ ਗਿਆ, ਉਹ ਬੰਦ ਹੋ ਗਈਆਂ, ਲੇਕਿਨ ਕਾਫੀ ਘਟ ਗਈਆਂ। ਇਹ ਤਾਂ ਮੰਨਣ ਵਾਲੀ ਗੱਲ। ਅਸੀਂ ਪੰਜਾਬ 'ਚ ਤਾਂ ਨਹੀਂ ਦੇਖਦੇ, ਦੇਖੋ ਇਹ ਜਾ ਕਈ ਸਟੇਟਾਂ 'ਚ ਅਸੀਂ ਨਹੀਂ ਦੇਖਦੇ, ਪਰ ਕੁਝ ਜਗ੍ਹਾ 'ਚ ਚੱਲਦਾ। Widows have long ceased to be burnt on their husbands' pyres। pyres ਦਾ ਮਤਲਬ ਹੁੰਦਾ ਬੇਟਾ ਚਿਤਾ। ਚਿਤਾ ਸਮਝਦੇ ਹੋ ਨਾ? ਰਾਜਸਥਾਨ 'ਚ ਚੱਲਦਾ ਸੀ ਸਤੀ ਪ੍ਰਥਾ। ਜਦੋਂ ਰਾਜੇ ਦੀ ਡੈਥ ਹੋ ਜਾਂਦੀ ਸੀ, ਉਹਦੀ ਰਾਣੀ ਜਿਉਂਦੀ ਸੜ ਜਾਂਦੀ ਸੀਗੀ ਉਹਦੀ ਚਿਤਾ 'ਚ। ਇੱਥੇ ਉਹੀ ਗੱਲ ਕਹੀ ਗਈ ਹੈ ਕਿ ਵਿਡੋ ਦਾ ਮਤਲਬ ਕੀ ਹੁੰਦਾ? ਜਿਸ ਦੇ ਪਤੀ ਦੀ ਡੈਥ ਹੋ ਗਈ। ਤਾਂ ਜਿਹੜੀ ਵਿਡੋ ਹੈ ਉਹ ਅੱਜ ਕੱਲ ਆਪਣੇ ਹਸਬੈਂਡ ਦੀ ਚਿਤਾ ਦੇ ਉੱਪਰ ਬਰਨਟ ਨਹੀਂ ਕੀਤੀ ਜਾਂਦੀ, ਉਹਨੂੰ ਨਹੀਂ ਜਲਾਇਆ ਜਾਂਦਾ ਅੱਜ ਕੱਲ, ਸੀਜ਼ ਬੰਦ ਹੋ ਗਈ। ਉਹ ਸਤੀ ਪ੍ਰਥਾ ਯਾਦ ਕਰੋ, ਰਾਜਾ ਰਾਮ ਮੋਹਨ ਰਾਏ ਨੇ ਬੰਦ ਕਰਵਾਈ ਸੀ ਉਸ ਸਮੇਂ, ਕੋਸ਼ਿਸ਼ ਕਰਕੇ, ਜਿਹਦਾ ਨਾਮ ਸ਼ੁਰੂ 'ਚ ਆਇਆ, ਆਪਾਂ ਹਿਸਟਰੀ 'ਚ ਪੜ੍ਹਿਆ। ਗਰਲਸ ਮੇ ਨੋਟ ਬਾਈ ਲਾਅ ਬੀ ਮੈਰਿਡ ਇਨ ਚਾਈਲਡਹੁੱਡ। ਅੱਜ ਕੱਲ ਲੜਕੀਆਂ ਨੂੰ ਬਚਪਨ ਦੇ ਵਿੱਚ ਸ਼ਾਦੀ ਨਹੀਂ ਕੀਤੀ ਜਾਂਦੀ, ਬਾਈ ਲਾਅ, ਕਾਨੂੰਨਨ ਉਹਨਾਂ ਦੀ ਮੈਰਿਜ ਚਾਈਲਡਹੁੱਡ 'ਚ ਨਹੀਂ ਹੋ ਸਕਦੀ। 18 ਸਾਲ ਦੀ ਲੜਕੀ ਦਾ ਹੋਣਾ ਜ਼ਰੂਰੀ ਹੈ। ਪੁਰਾਣੇ ਸਮੇਂ 'ਚ ਤਾਂ ਲੜਕੀਆਂ ਬਹੁਤ ਛੋਟੀਆਂ ਏਜ 'ਚ ਵਿਆਹਤੀਆਂ ਜਾਂਦੀਆਂ ਸੀ, ਬੰਦ ਹੋ ਗਿਆ ਕੰਮ। ਹੁਣ ਇਹ ਸਾਰੀਆਂ ਗਲਤ ਗੱਲਾਂ ਕਿਹਦਾ ਹਿੱਸਾ ਰਹੀਆਂ ਸੀ? ਸਾਡੇ ਇੰਡੀਅਨ ਐਂਸ਼ੀਐਂਟ ਕਲਚਰ ਦਾ। ਲੇਕਿਨ ਦੇਖੋ ਉਹਦੇ ਵਿੱਚੋਂ ਸਾਰੀਆਂ ਮਾੜੀਆਂ ਗੱਲਾਂ ਦੂਰ ਹੋ ਗਈਆਂ। In buses and trains all over India, Brahmins rub shoulders with the lowest caste without consciousness of grave pollution। ਕਹਿੰਦੇ ਹੁਣ ਜੇ ਆਪਾਂ ਬੱਸਾਂ ਤੇ ਟ੍ਰੇਨਾਂ 'ਚ ਜਾਈਏ ਤਾਂ ਬੱਚਿਓ ਦੇਖੋ ਕਿੰਨੀ ਭੀੜ ਹੁੰਦੀ ਹੈ,
ਹੁਣ ਉਸ ਭੀੜ ਦੇ ਵਿੱਚ ਇਹ ਥੋੜੀ ਪਤਾ ਲੱਗਦਾ ਮੇਰੇ ਨਾਲ ਕੋਈ ਨੀਵੀਂ ਜਾਤ ਦਾ ਬੰਦਾ ਖੜਾ, ਮੇਰੇ ਨਾਲ ਉੱਚੀ ਜਾਤ ਦਾ ਬੰਦਾ ਖੜਾ, ਦੋਨਾਂ ਦੇ ਮੋਢੇ ਨਾਲ ਮੋਢੇ ਕਹਿੰਦੇ ਨੇ। ਇੱਥੇ ਉਹੀ ਗੱਲ ਕਹੀ ਗਈ ਕਿ ਬੱਸਾਂ ਤੇ ਟ੍ਰੇਨਾਂ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਜਿਹੜੇ ਬ੍ਰਾਹਮਣ ਲੋਕ ਨੇ ਉਹ ਲੋਅਰ ਕਾਸਟ ਦੇ ਲੋਕਾਂ ਦੇ ਨਾਲ ਮੋਢਾ ਜੋੜ ਕੇ ਖੜੇ ਹੁੰਦੇ ਨੇ। ਰਬ ਸ਼ੋਲਡਰਸ ਕਹਿੰਦੇ ਨੇ ਉਹਨਾਂ ਦੇ ਮੋਢੇ ਇੱਕ ਦੂਜੇ ਨਾਲ, ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਵਿਦਆਊਟ ਕੌਨਸ਼ੀਅਸਨੈਸ ਆਫ ਗ੍ਰੇਵ ਪੋਲਿਊਸ਼ਨ ਕਿ ਸਾਡਾ ਧਰਮ ਭ੍ਰਿਸ਼ਟ ਹੋ ਗਿਆ। ਅੱਗੇ ਕੀ ਸੀ? ਪੁਰਾਣੇ ਸਮੇਂ ਦੇ ਵਿੱਚ ਜੇਕਰ ਬ੍ਰਾਹਮਣ ਜਾ ਰਿਹਾ ਹੁੰਦਾ ਸੀ, ਅੱਗੋਂ ਦੀ ਕੋਈ ਲੋਅਰ ਕਾਸਟ ਵਾਲਾ ਬੰਦਾ ਨਿਕਲ ਜਾਂਦਾ ਸੀ ਤਾਂ ਉਹ ਕਹਿੰਦੇ ਸੀ ਤੂੰ ਤਾਂ ਮੈਨੂੰ ਅਪਵਿੱਤਰ ਹੀ ਕਰਤਾ। ਇਹੋ ਜਿਹੀਆਂ ਗੱਲਾਂ ਵੀ ਚੱਲਦੀਆਂ ਸੀ, ਲੇਕਿਨ ਅੱਜ ਕੱਲ੍ਹ ਇਹ ਬੰਦ ਹੋ ਗਿਆ। ਅੱਜ ਕੱਲ੍ਹ ਇਹੋ ਜਿਹਾ ਕੁਛ ਨਹੀਂ ਚੱਲਦਾ। ਅੱਜ ਕੱਲ੍ਹ ਅਸੀਂ ਬੱਸਾਂ 'ਚ ਟ੍ਰੇਨਾਂ 'ਚ ਇਕੱਠੇ ਸਫ਼ਰ ਕਰਦੇ, ਕੋਈ ਨਹੀਂ ਦੇਖਦਾ ਉੱਥੇ ਕੋਈ ਕੌਣ ਕਿਵੇਂ ਹੈ। ਐਂਡ ਦ ਟੈਂਪਲਸ ਆਰ ਓਪਨ ਟੂ ਆਲ ਬਾਈ ਲਾ, ਅਤੇ ਟੈਂਪਲਸ ਸਾਰਿਆਂ ਲਈ ਖੁੱਲ੍ਹੇ ਨੇ। ਦੱਸੋ ਕਿਹੜਾ ਟੈਂਪਲ ਹੈ ਜਿਹਦੇ ਵਿੱਚ ਕੋਈ ਲੋਅਰ ਕਾਸਟ ਵਾਲਾ ਬੰਦਾ ਨਹੀਂ ਜਾ ਸਕਦਾ, ਸਿਰਫ ਉੱਥੇ ਹਾਇਰ ਕਾਸਟ ਹੀ ਜਾ ਸਕਦੀ ਹੈ? ਨੋ। ਤੁਸੀਂ ਕਿਸੇ ਵੀ ਟੈਂਪਲ 'ਚ ਜਾਂਦੇ ਹੋ ਉੱਥੇ ਕੋਈ ਕਾਸਟ ਸਿਸਟਮ ਨਹੀਂ, ਤੁਸੀਂ ਵੀ ਮੱਥਾ ਟੇਕ ਸਕਦੇ ਹੋ, ਕੋਈ ਬੰਦਾ ਹੋਰ ਵੀ ਮੱਥਾ ਟੇਕ ਸਕਦਾ, ਸਾਰਿਆਂ ਲਈ ਓਪਨ ਹੈ। ਕਾਸਟ ਇਜ਼ ਵੈਨਿਸ਼ਿੰਗ, ਕਹਿੰਦੇ ਜਿਹੜਾ ਜਾਤ ਪਾਤ ਹੈ, ਵੈਨਿਸ਼ ਸ਼ਬਦ ਦੁਬਾਰਾ ਆ ਰਿਹਾ, ਇਹ ਜਾਤ ਪਾਤ ਦੀ ਜਿਹੜੀ ਸਿਸਟਮ ਹੈ ਇਹ ਵੈਨਿਸ਼ਿੰਗ ਹੋ ਰਿਹਾ ਹੈ, ਅਲੋਪ ਹੋ ਰਿਹਾ, ਖਤਮ ਹੋ ਰਿਹਾ। ਦਾ ਪ੍ਰੋਸੈਸ ਬਿਗੇਨ ਲੌਂਗ ਐਗੋ, ਕਹਿੰਦੇ ਜਿਹੜਾ ਪ੍ਰੋਸੈਸ ਸੀ ਬਹੁਤ ਦੇਰ ਪਹਿਲਾਂ ਸ਼ੁਰੂ ਹੋਇਆ ਸੀ, ਜਾਤ ਪਾਤ ਦੇ ਖਤਮ ਹੋਣ ਵਾਲਾ ਕਾਫੀ ਦੇਰ ਪਹਿਲਾਂ ਸ਼ੁਰੂ ਹੋਇਆ ਸੀ। ਬਟ ਇਟਸ pace is now so rapid that the more objectionable features of caste may have disappeared within a generation or so। ਪਰ ਇਹਦਾ ਜਿਹੜਾ ਪੇਸ ਹੈ, ਇਹਦੀ ਜਿਹੜੀ ਚਾਲ ਹੈ, ਇਹ ਹੁਣ ਇੰਨੀ ਤੇਜ਼ ਹੋ ਗਈ, ਰੈਪਿਡ ਦਾ ਮਤਲਬ ਤੇਜ਼ ਹੋ ਗਈ, ਕਿ ਜਿਹੜੇ ਇਹਦੇ ਓਬਜੈਕਸ਼ਨੇਬਲ ਗੱਲਾਂ ਨੇ, ਓਬਜੈਕਸ਼ਨੇਬਲ ਮਤਲਬ ਹੁੰਦਾ ਬੇਟਾ ਇਤਰਾਜ਼ਯੋਗ, ਜੋ ਕਾਸਟ ਸਿਸਟਮ ਦੀਆਂ ਇਤਰਾਜ਼ਯੋਗ ਗੱਲਾਂ ਨੇ ਉਹ ਹੁਣ 1 ਜਾਂ 2 ਜਨਰੇਸ਼ਨਾਂ ਦੇ ਵਿੱਚ, ਪੀੜ੍ਹੀਆਂ ਦੇ ਵਿੱਚ ਸਾਰੀਆਂ ਡਿਸਐਪੀਅਰ ਹੋ ਜਾਣਗੀਆਂ, ਖਤਮ ਹੋ ਜਾਣਗੀਆਂ। ਜੇ ਮਾੜੀ ਮੋਟੀ ਕਾਸਟ ਸਿਸਟਮ ਅੱਜ ਦੇ ਸਮੇਂ 'ਚ ਹੈਗੀ ਵੀ ਹੈ ਤਾਂ ਰਾਈਟਰ ਕੀ ਕਹਿਣਾ ਚਾਹੁੰਦਾ ਹੈ ਇੱਥੇ ਕਿ ਉਹ 1-2 ਪੀੜ੍ਹੀਆਂ 'ਚ ਖਤਮ ਹੋ ਜਾਊ। ਕੋਈ ਕਾਸਟ ਦੀ ਡਿਸਕ੍ਰਿਮੀਨੇਸ਼ਨ ਸਾਡੇ ਇੰਡੀਆ 'ਚ ਨਹੀਂ ਰਹੂਗੀ। The old family system is adopting itself to present day conditions। ਕਹਿੰਦੇ ਜਿਹੜਾ ਸਾਡਾ ਪੁਰਾਣਾ ਫੈਮਿਲੀ ਸਿਸਟਮ ਸੀਗਾ ਉਹ ਨਵੀਆਂ ਜ਼ਰੂਰਤਾਂ ਦੇ ਮੁਤਾਬਕ, ਪ੍ਰੈਜ਼ੈਂਟ ਡੇ, ਅੱਜ ਕੱਲ ਦੇ ਹਾਲਾਤਾਂ ਦੇ ਮੁਤਾਬਕ ਆਪਣੇ ਆਪ ਨੂੰ ਕੀ ਕਰ ਰਿਹਾ ਹੈ? ਅਡੈਪਟ ਕਰ ਰਿਹਾ ਹੈ। ਅਡੈਪਟ ਸ਼ਬਦ ਪਹਿਲਾਂ ਵੀ ਆਇਆ ਸੀ। ਅਡੈਪਟ ਦਾ ਮਤਲਬ ਹੁੰਦਾ ਹੈ ਆਪਣੇ ਆਪ ਨੂੰ ਉਸ ਤਰੀਕੇ ਨਾਲ ਠੀਕ ਕਰਨਾ, ਅਡਾਪਟ ਕਰਨਾ। ਮਤਲਬ ਮੰਨ ਲਓ ਤੁਸੀਂ ਕਿਸੇ ਦੂਸਰੇ ਦੇਸ਼ ਜਾਓ, ਉੱਥੇ ਦਾ এনवायरमेंट ਫਰਕ ਹੁੰਦਾ ਹੈ, ਕਲਚਰ ਡਿਫਰੈਂਟ ਹੁੰਦਾ ਹੈ, ਤਾਂ ਫਿਰ ਹੌਲੀ ਹੌਲੀ ਤੁਸੀਂ ਆਪਣੇ ਆਪ ਨੂੰ ਉਸ ਕਲਚਰ ਦੇ ਨਾਲ ਕੀ ਕਰ ਲੈਂਦੇ ਹੋ? ਅਡਾਪਟ ਕਰ ਲੈਂਦੇ ਹੋ, ਢਾਲ ਲੈਣਾ। ਅਡੈਪਟ ਦਾ ਮਤਲਬ ਕੀ ਹੁੰਦਾ ਬੇਟਾ? ਢਾਲ ਲੈਣਾ। ਕਿ ਜਿਹੜਾ ਸਾਡਾ 올ਡ ਫੈਮਿਲੀ ਸਿਸਟਮ ਹੈ ਇਹ ਅੱਜ ਕੱਲ ਦੇ ਹਾਲਾਤਾਂ ਮੁਤਾਬਕ ਆਪਣੇ ਆਪ ਨੂੰ ਕੀ ਕਰ ਰਿਹਾ ਹੈ? ਢਾਲ ਰਿਹਾ ਹੈ, ਅਡਾਪਟ ਕਰ ਰਿਹਾ ਹੈ। In fact, the whole face of India is altering, but the cultural tradition continues and it will never be lost। ਕਹਿੰਦੇ ਜੇ ਆਪਾਂ ਗੱਲ ਕਰੀਏ ਮੁੱਕਦੀ ਉਹ ਇਹ ਹੈ ਕਿ ਸਾਡੇ ਪੂਰੇ ਭਾਰਤ ਦਾ ਚਿਹਰਾ ਬਦਲ ਰਿਹਾ ਹੈ। ਆਲਟਰਿੰਗ ਦਾ ਮਤਲਬ ਹੁੰਦਾ ਹੈ ਚੇਂਜ ਹੋਣਾ, ਚੇਂਜਿੰਗ। ਪਰ ਜਿਹੜੀਆਂ ਸਾਡੀਆਂ ਕਲਚਰਲ ਟ੍ਰੈਡੀਸ਼ਨ ਨੇ ਬੇਟਾ, ਜਿਹੜੀਆਂ ਸਾਡੀਆਂ ਸੱਭਿਆਚਾਰਕ ਰਸਮਾਂ ਨੇ ਉਹ ਹਜੇ ਵੀ ਕੰਟੀਨਿਊ ਕਰ ਰਹੀਆਂ ਨੇ ਅਤੇ ਇਹ ਕਦੇ ਵੀ ਖਤਮ ਨਹੀਂ ਹੋਣਗੀਆਂ, ਕਦੇ ਵੀ ਨਹੀਂ ਗੁੰਮਣਗੀਆਂ। ਸਾਡਾ ਕਲਚਰ ਇੰਨਾ ਸਟਰੋਂਗ ਹੈ, ਸਾਡੀਆਂ ਚੰਗੀਆਂ ਗੱਲਾਂ ਜੋ ਕਲਚਰ ਚੋਂ ਅਸੀਂ ਸਿੱਖੀਆਂ ਨੇ ਉਹ ਇੰਨੀਆਂ ਸਟਰੋਂਗ ਨੇ, ਇਹ ਕਦੇ ਵੀ ਨਹੀਂ ਮੁੱਕਣਗੀਆਂ, ਕਦੇ ਵੀ ਨਹੀਂ ਖਤਮ ਹੋਣਗੀਆਂ। ਚਾਹੇ ਸਾਡੇ ਕਲਚਰ ਦੇ ਉੱਪਰ ਜਿੰਨਾ ਮਰਜ਼ੀ ਬਾਹਰਲਾ ਅਸਰ ਪਈ ਜਾਵੇ, ਵੈਸਟਰਨ ਕਲਚਰ ਜਿੰਨਾ ਮਰਜ਼ੀ ਇਨਫਲੂਐਂਸ ਕਰੇ, ਅਸੀਂ ਆਪਣੀਆਂ ਮਾੜੀਆਂ ਪਰੰਪਰਾਵਾਂ ਨੂੰ ਖਤਮ ਕੀਤਾ ਹੈ ਤੇ ਚੰਗੀਆਂ ਪਰੰਪਰਾਵਾਂ ਅਸੀਂ ਜਾਰੀ ਰੱਖਾਂਗੇ, ਇਹ ਰਾਈਟਰ ਕਹਿਣਾ ਚਾਹੁੰਦਾ। ਤਾਂ ਸਟੂਡੈਂਟਸ ਇਸੇ ਦੇ ਨਾਲ ਹੀ ਸਾਡਾ ਸਾਰਾ ਚੈਪਟਰ ਕੰਪਲੀਟ ਹੁੰਦਾ ਹੈ। ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਸਾਰਾ ਚੈਪਟਰ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਵੀਡੀਓ ਦੇ ਐਂਡ ਤੇ ਮੈਂ ਤੁਹਾਨੂੰ ਮੇਰੇ ਦੁਆਰਾ ਬਣਾਏ ਹੋਏ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਹੋਰ ਬਹੁਤ ਸਾਰੇ ਵੀਡੀਓਜ਼ ਦੇ ਲਿੰਕ ਤੁਹਾਨੂੰ ਸਕਰੀਨ ਦੇ ਉੱਪਰ ਪ੍ਰੋਵਾਈਡ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸੇ ਚੈਪਟਰ ਦੇ ਕੁਐਸਚਨ ਆਨਸਰਸ ਨੂੰ ਲੈ ਕੇ ਮਿਲਾਂਗੇ ਜੀ। ਫਿਰ ਮਿਲਦੇ ਹਾਂ, ਧੰਨਵਾਦ।